ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ। ਵੈਲਕਮ। ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ। ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਵੀ ਜੀ। ਦੋਸਤੋ, ਅੱਜ ਅਸੀਂ ਪੱਟੀ ਸਾਹਿਬ ਹੋਰਾਂ ਨਾਲ ਮੁੱਦਾ ਵਿਚਾਰਾਂਗੇ ਕਿ ਜਿੱਥੇ ਅੱਜ ਅਸੀਂ ਆ ਕੇ ਖੜ ਗਏ ਜਾਂ ਸਾਡਾ ਦੇਸ਼ ਜਿੱਥੇ ਆ ਕੇ ਖੜ ਗਿਆ, ਜੋ ਸਾਡੇ ਹੁਕਮਰਾਨ ਨੇ, ਜਿਵੇਂ ਦਿੱਲੀ ਦੇ ਵਿੱਚ ਸ਼ਹੀਨਵਾਲ 'ਚ ਜੋ ਘਟਨਾ ਵਾਪਰੀ ਸੀ, ਦੰਗੇ ਹੋਏ ਸੀ, ਲੋਕਾਂ ਦੀ ਵੱਢ ਟੁੱਕ ਹੋਈ ਸੀ, ਉਸ ਤੋਂ ਬਾਅਦ ਫਿਰ ਸਾਡੀਆਂ ਸਰਕਾਰਾਂ ਵੱਲੋਂ ਇਹ ਗੱਲ ਕਹਿਣੀ ਕਿ CAA ਤਾਂ ਅਸੀਂ ਜੋ ਸਿਟੀਜ਼ਨ ਅਮੈਂਡਮੈਂਟ ਐਕਟ ਹੈ ਉਹ ਤਾਂ ਅਸੀਂ ਲੈ ਕੇ ਆਵਾਂਗੇ, ਜਿੱਥੋਂ ਪਤਾ ਕਿ ਸਾਡੇ ਹਾਲਾਤ ਦੇਸ਼ ਦੇ ਖਰਾਬ ਹੋ ਸਕਦੇ ਨੇ। ਹਾਲਾਤ ਪਹਿਲਾਂ ਜੋ ਬਣੇ ਹੋਏ ਨੇ ਸਭ ਤੁਹਾਡੇ ਸਾਹਮਣੇ ਹੈ। ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਸੂਬਿਆਂ ਦੇ ਅਤੇ ਸੂਬਿਆਂ ਦੇ ਵਿੱਚ ਵਸਦੇ ਲੋਕਾਂ ਦੇ ਜੋ ਆਪਸੀ ਟਕਰਾਅ ਖੜੇ ਕੀਤੇ ਜਾ ਰਹੇ ਨੇ, ਜਾਤਾਂ ਪਾਤਾਂ ਦੇ ਨਾਂ ਦੇ ਉੱਤੇ, ਧਰਮਾਂ ਦੇ ਨਾਂ ਦੇ ਉੱਤੇ। ਹਾਲਾਂਕਿ ਫਿਰ ਅਸੀਂ ਕਹਿੰਦੇ ਹਾਂ ਕਿ ਸਾਡੇ ਜੋ ਹੁਕਮਰਾਨ ਨੇ ਆਹ ਤਾਨਾਸ਼ਾਹ ਹੋ ਗਏ, ਡਿਕਟੇਟਰਸ਼ਿਪ ਵਾਂਗ ਆਹ ਦੇਸ਼ ਨੂੰ ਚਲਾ ਰਹੇ ਨੇ, ਜਿਵੇਂ ਸਰਕਾਰ ਇਹਨਾਂ ਦੇ ਘਰ ਦੀ ਹੋਵੇ, ਲੋਕ ਮਰਨ ਦੇ ਲਈ ਛੱਡੇ ਹੋਏ ਨੇ। ਆਖਰ ਹਾਲਾਤ ਅੱਗੇ ਜਾ ਕੇ ਹੋਰ ਕਿੰਨੇ ਕੁ ਖਰਾਬ ਹੋਣਗੇ ਜਾਂ ਹਾਲਾਤ ਸੁਧਰਨਗੇ? ਸਰਕਾਰਾਂ ਕੋਈ ਕਾਰਵਾਈ ਕਿਉਂ ਨਹੀਂ ਕਰਦੀਆਂ ਜਦੋਂ ਪਤਾ ਹੁੰਦਾ ਸਰਕਾਰਾਂ ਨੂੰ ਕਿ ਇੱਦਾਂ ਦਾ ਕੁਛ ਵਾਪਰਨ ਵਾਲਾ? ਪਟਿਆਲੇ ਦੀ ਘਟਨਾ ਦਾ ਵੀ ਪਹਿਲਾਂ ਪਤਾ ਸੀ, ਜਾਂ ਜੋ ਕੁਛ ਹੋਰ ਸੂਬਿਆਂ ਦੇ ਵਿੱਚ ਵਾਪਰ ਰਿਹਾ, ਰਾਮ ਨੌਮੀ 'ਤੇ ਜੋ ਕੁਛ ਵਾਪਰਿਆ, ਜੋਧਪੁਰ ਦੇ ਵਿੱਚ ਜੋ ਕੁਛ ਵਾਪਰਿਆ, ਸਰਕਾਰਾਂ ਨੂੰ ਸਾਰੀਆਂ ਘਟਨਾਵਾਂ ਦਾ ਪਹਿਲਾਂ ਪਤਾ ਸੀ। ਸਰਕਾਰਾਂ ਫਾਇਦਾ ਲੈਣਾ ਚਾਹੁੰਦੀਆਂ ਨੇ, ਆਖਰ ਸਰਕਾਰਾਂ ਚੁੱਪ ਕਿਉਂ ਕਰ ਜਾਂਦੀਆਂ ਨੇ? ਹਾਲਾਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਹਿਟਲਰ ਨੇ ਚੈਂਬਰਾਂ ਦੇ ਵਿੱਚ ਸੜ ਕੇ ਬੰਦੇ ਮਾਰਤੇ, ਤਾਂ ਲੋਕਾਂ ਨੂੰ ਉਦੋਂ ਸਵਾਲ ਵੀ ਹੁੰਦਾ ਕਿ ਉਦੋਂ ਤੁਸੀਂ ਕੀ ਕਰ ਰਹੇ ਸੀ? ਜਦੋਂ ਅੱਜ ਸਰਕਾਰਾਂ ਧੱਕੇ ਕਰ ਰਹੀਆਂ ਨੇ, ਤਾਨਾਸ਼ਾਹ ਬਣ ਗਏ, ਉਦੋਂ ਵੀ ਲੋਕਾਂ ਨੂੰ ਸਵਾਲ ਖੜਾ ਹੁੰਦਾ, ਸਾਨੂੰ ਵੀ ਸਵਾਲ ਖੜਾ ਹੁੰਦਾ ਕਿ ਫਿਰ ਅਸੀਂ ਕੀ ਕਰ ਰਹੇ ਹਾਂ? ਕੀ ਅਸੀਂ ਸਿਰਫ ਕਹਿਣ ਜੋਗੇ ਹਾਂ ਕਿ ਆਹ ਕੁਛ ਵਾਪਰ ਰਿਹਾ, ਜਾਂ ਫਿਰ ਸਮਾਜ ਦੇ ਵਿੱਚ ਸਾਡੇ ਜੋ ਸੁਹਿਰਦ ਲੋਕ ਨੇ ਇਹਨਾਂ ਦਾ ਕੋਈ ਬਣਦਾ ਯੋਗਦਾਨ ਵੀ ਹੁੰਦਾ? ਪਰ ਸਭ ਤੋਂ ਵੱਡੀ ਗੱਲ ਹੈ ਕਿ ਹਾਲਾਤ ਜੋ ਦੇਸ਼ ਦੇ ਬਣੇ ਹੋਏ ਨੇ, ਪੱਟੀ ਸਾਹਿਬ, ਜਿਸ ਅੱਜ ਆ ਕੇ ਸਾਡੇ ਮੋੜ 'ਤੇ ਸਾਡਾ ਦੇਸ਼ ਖੜ ਗਿਆ, ਅੱਗੇ ਹਨੇਰਾ ਕੁੱਪ ਹਨੇਰਾ, ਜਿਵੇਂ ਮੈਂ ਸ਼ੁਰੂ ਜ਼ਿਕਰ ਕੀਤਾ ਕਿ ਭਾਵੇਂ ਪਤਾ ਵੀ ਆਪਾਂ ਨੂੰ ਆਹ ਚੀਜ਼ਾਂ ਨੁਕਸਾਨ ਕਰਦੀਆਂ ਨੇ ਸਾਡਾ, ਜਿਵੇਂ ਉੱਥੇ CAA ਨੂੰ ਲੈ ਕੇ ਪ੍ਰੋਟੈਸਟ ਹੋ ਰਹੇ ਸੀ ਸ਼ਹੀਨ ਬਾਗ ਦੇ ਵਿੱਚ, ਉਸ ਤੋਂ ਬਾਅਦ ਘਟਨਾ ਵਾਪਰੀਆਂ, ਦੰਗੇ ਹੋਏ, ਹੋਰ ਪੂਰੇ ਦੇਸ਼ ਦੇ ਵਿੱਚ ਆਹ ਗੱਲ ਫੈਲ ਗਈ। ਫਿਰ ਵੀ ਅਸੀਂ ਉਹੀ ਗੱਲ ਦੁਬਾਰੇ ਦੁਹਰਾਉਂਦੇ ਹਾਂ ਕਿ ਅਸੀਂ ਐਂ ਕਰਾਂਗੇ। ਜਿਵੇਂ 3 ਖੇਤੀ ਕਾਨੂੰਨ ਸੀ, ਵਾਪਸ ਹੋ ਗਏ, ਜਾਨਾਂ ਦਾ ਵੀ ਨੁਕਸਾਨ ਹੋਇਆ, ਪੈਸੇ ਦਾ ਨੁਕਸਾਨ ਹੋਇਆ, ਹੋਰ ਕਾਫੀ ਕੁਛ ਹੋਇਆ। 1 ਸਾਲ ਤੋਂ ਵੱਧ ਸਮਾਂ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਰਹੇ, ਅੰਦੋਲਨ ਪੰਜਾਬ 'ਚ ਚੱਲ ਰਿਹਾ। ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਤਾਂ ਕਾਨੂੰਨ ਲੈ ਕੇ ਆਵਾਂਗੇ। ਆਹ ਤਾਂ ਜਿੱਦ ਹੈ ਨਾ, ਮਾਰ ਦੂਗੀ ਦੇਸ਼ ਨੂੰ। ਭੰਗੂ ਸਾਹਿਬ, ਦੇਖੋ ਗੱਲ ਇਹ ਹੈ ਵੀ ਦੇਸ਼, ਲੋਕ, ਜਿਹੜੇ ਸ਼ਬਦ ਨੇ ਇਹਨਾਂ ਦੇ ਅਰਥ ਹੁਣ ਬਦਲ ਗਏ। ਦੇਸ਼ ਕੀ ਹੈ ਜੀ, ਲੋਕ ਕੌਣ ਨੇ, ਕਿਹੜੇ ਲੋਕ ਨੇ? ਜਦੋਂ ਕਿਸੇ ਰਾਜੇ ਨੂੰ ਜਾਂ ਹੁਕਮਰਾਨ ਪਾਰਟੀ ਨੂੰ ਇਹ ਲੱਗਣ ਲੱਗ ਜਾਵੇ ਵੀ ਆਹ ਹੀ ਸਾਡੇ ਲੋਕ ਨੇ, ਸਿਰਫ ਜਿਹੜੇ ਇਸ ਤਰ੍ਹਾਂ ਦੇ ਨਹੀਂ ਹਨ ਉਹ ਸਾਡੇ ਲੋਕ ਨਹੀਂ ਹਨ, ਇਹੀ ਦੇਸ਼ ਹੈ ਸਾਡਾ, ਜਿਹੜਾ ਜਿੰਨਾ ਕੁ ਹਿੱਸਾ ਸਾਡੇ ਨਾਲ ਚੱਲ ਰਿਹਾ ਹੈ, ਜਿਹੜਾ ਨਾਲ ਨਹੀਂ ਚੱਲ ਰਿਹਾ ਉਹ ਸਾਡਾ ਨਹੀਂ ਹੈ। ਜਦੋਂ ਇਹ ਹਾਲਾਤ ਬਣ ਜਾਵੇ ਨਾ, ਫਿਰ ਨੋਰਮਲ ਫਾਰਮੂਲੇ ਜਿਹੜੇ ਪੋਲੀਟੀਕਲ ਸਾਇੰਸ ਦੇ ਜਾਂ ਰਾਜਨੀਤੀ ਵਿਗਿਆਨ ਦੇ ਹੁੰਦੇ ਨੇ ਉਹ ਨਹੀਂ ਲੱਗਦੇ। ਮੁਲਕ ਬੇਸਿਕਲੀ, ਜੇ ਤੁਸੀਂ ਪਿਛਲੇ ਕਾਫੀ ਸਮੇਂ ਤੋਂ ਦੇਖੋ, ਮੁਲਕ ਸਿਵਲ ਵਾਰ ਦੇ ਕੰਢੇ ਦੇ ਉੱਪਰ ਖੜ੍ਹਾ ਹੈ। ਜਦੋਂ ਇਲੈਕਸ਼ਨਾਂ ਹੋਈਆਂ ਬੰਗਾਲ ਦੇ ਵਿੱਚ, ਸੈਂਟਰ ਦੀਆਂ ਏਜੰਸੀਆਂ ਗਈਆਂ, ਉੱਥੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਈਆਂ। ਇਹ ਹੋਇਆ ਸੀ। ਜਿਹੜੇ ਬੰਦਿਆਂ ਨੂੰ ਕਰਪਸ਼ਨ ਦੇ ਦੋਸ਼ਾਂ 'ਚ ਫੜਿਆ ਗਿਆ, ਜਿਸ ਦਿਨ ਉਹ ਰੂਲਿੰਗ ਪਾਰਟੀ 'ਚ ਸ਼ਾਮਲ ਹੋ ਜਾਂਦੇ ਸੀ, ਉਦੋਂ ਬਾਅਦ ਉਹ ਸਵੱਛ ਹੋ ਜਾਂਦੇ ਸੀ, ਸਾਰੇ ਕੇਸ ਵਾਪਸ ਹੋ ਜਾਂਦੇ ਸੀ। ਮਹਾਰਾਸ਼ਟਰ 'ਚ, ਬੰਗਾਲ 'ਚ, ਸਾਰੇ ਥਾਈਂ ਆਪਾਂ ਦੇਖਿਆ ਵੀ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹ ਕੀ ਕਰ ਰਹੀਆਂ ਨੇ। ਜਿਹੜੀ ਲੋਕਲ ਪੁਲਿਸ, ਜਿੱਥੇ ਦਿੱਲੀ ਦੀ ਹੁਕਮਰਾਨ ਪਾਰਟੀ ਦੀ ਵਜ਼ਾਰਤ ਨਹੀਂ ਹੈ, ਉਹ ਕੀ ਕਰ ਰਹੇ ਨੇ। ਜਿਹੜਾ CAA ਦਾ ਹੈ, ਬੇਸਿਕਲੀ ਕੋਈ ਖਾਸ ਉਹਦਾ ਐਡੀ ਗੱਲ ਨਹੀਂ ਹੈ, ਉਹ ਪ੍ਰੋਪੇਗੈਂਡਾ ਵੈਲਿਊ ਸੀ ਉਹਦੀ, ਸਿਰਫ ਡੈਜ਼ਿਗਨੇਟ ਕਰਨ ਲਈ ਇੱਕ ਕਮਿਊਨਿਟੀ ਨੂੰ ਕਿ ਇਹ ਦੁਸ਼ਮਣ ਨੇ, ਇਹ ਟਾਰਗੇਟ ਨੇ, ਇਹਨਾਂ ਨੂੰ ਮਾਰਨਾ ਹੈ, ਤਾਂ ਕਿ ਬਾਕੀ ਖੁਸ਼ ਹੋ ਜਾਣ। ਇਸੇ ਤਰ੍ਹਾਂ ਦਾ ਯੂਨੀਫਾਰਮ ਸਿਵਲ ਕੋਡ ਹੈ। ਕਿਸੇ ਨੇ ਮੈਰਿਜ ਕਰਨੀ ਹੈ, ਨਹੀਂ ਕਰਨੀ, 100 ਦਲੀਲਾਂ ਉਹਦੇ ਹੱਕ 'ਚ ਨੇ, 100 ਉਹਦੇ ਉਲਟ ਵੀ ਨੇ। ਪਰ ਕੀ ਹੁਣ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਇਹੀ ਕੰਮ ਰਹਿ ਗਿਆ? ਦੇਖੋ ਨਾ, 130 ਕਰੋੜ ਦਾ ਮੁਲਕ ਹੈ। ਅਸੀਂ ਕਹਿੰਦੇ ਹਾਂ ਜੀ ਸਾਡਾ ਭਾਰਤ ਬੜਾ ਮਹਾਨ ਹੈ। 130 ਕਰੋੜ 'ਚੋਂ ਕੱਲ੍ਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਆਈ ਕਿ 47 ਲੱਖ ਨੇ ਜਿਹੜੇ ਉਹ ਲੋਕ ਮਰ ਗਏ। ਉਹ ਆਪਣੇ ਹੀ ਭੈਣ ਭਰਾ ਸੀ, ਅਸੀਂ ਵੀ ਹੋ ਸਕਦੇ ਸੀ ਉਹਨਾਂ ਦੀ ਜਗ੍ਹਾ। ਇਹ ਜਿਹੜੀ ਦਿਨੋਂ ਦਿਨ ਇਨਸੈਂਸਿਟਿਵਿਟੀ ਪੈਦਾ ਕੀਤੀ ਜਾ ਰਹੀ ਹੈ ਮੀਡੀਆ ਦੇ ਰਾਹੀਂ ਜਾਂ ਹੋਰ ਲੋਕਾਂ ਦੇ ਵਿੱਚ, ਜਿਹੜੀ ਚੀਜ਼ ਇਹ ਆ ਰਹੀ ਹੈ ਕਿ ਮਤਲਬ ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਟੂ ਹੋ ਜਾਓ, ਕਰੂਅਲਟੀ ਨੂੰ,
ਇੱਕ ਦੂਏ ਦੇ ਪ੍ਰਤੀ ਨਫ਼ਰਤ ਨੂੰ, ਔਰ ਬਹੁਤ ਹੱਦ ਤੱਕ ਲੋਕ ਹੋ ਗਏ ਨੇ IT ਸੈੱਲ ਰਾਹੀਂ, ਹੋਰ ਚੀਜ਼ਾਂ ਰਾਹੀਂ ਇੱਕ ਖਾਸ ਕਿਸਮ ਦਾ ਐਟਮੋਸਫੀਅਰ ਬਿਲਡ ਕੀਤਾ ਜਾ ਰਿਹਾ ਹੈ, ਜਿਹਦਾ ਅੰਦਾਜ਼ਾ ਨਹੀਂ ਬਿਲਡ ਕਰਨ ਵਾਲਿਆਂ ਨੂੰ ਕਿ ਇਹਦਾ ਸਿੱਟਾ ਕੀ ਨਿਕਲੂਗਾ। ਐਗਜ਼ੈਕਟਲੀ ਉਸ ਤਰ੍ਹਾਂ ਦੀ ਗੱਲ ਹੈ ਜਿਵੇਂ ਨਿਊਕਲੀਅਰ ਬੰਬ ਬਾਂਦਰ ਦੇ ਹੱਥ 'ਚ ਆ ਜਾਵੇ। ਜਿਹੜਾ ਉਹ ਮੀਡੀਆ ਹੈ, ਸਰਕਾਰੀ ਮੀਡੀਆ, ਉਹ TRP ਪਿੱਛੇ ਲੱਖ ਲੜੀ ਜਾਣ, ਉਹਦੀ ਕ੍ਰੈਡੀਬਿਲਿਟੀ ਕੀ ਹੈ ਗਲੀ ਦੇ ਵਿੱਚ। ਬਿਲਕੁਲ। ਆਪਾਂ ਨੇ ਕਿਸਾਨ ਮੋਰਚੇ ਦੇ ਦੌਰਾਨ ਵੀ ਦੇਖਿਆ, ਜਿਹੜਾ ਉਹ ਸ਼ਾਹੀਨ ਬਾਗ ਦੇ ਵਿੱਚ ਸੀ ਉਹਦੇ ਦੌਰਾਨ ਵੀ ਦੇਖਿਆ। ਇਹ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ, ਇਹਨਾਂ ਨੂੰ ਇੱਕ ਚੀਜ਼ ਨੇ ਬਲਾਈਂਡ ਕਰਤਾ ਹੈ ਕਿ ਜੇ ਕੁਰਸੀ ਹੱਥ 'ਚ ਆ ਜਾਵੇ ਤਾਂ ਸਭ ਕੁਝ ਤੁਹਾਡੇ ਹੱਥ 'ਚ ਹੈ। ਦੂਜੀ ਚੀਜ਼, ਕੁਰਸੀ ਦੇ ਲਈ ਵੋਟਾਂ ਜ਼ਰੂਰੀ ਨੇ। ਇੱਕ ਵਾਰ ਵੋਟਾਂ ਪਾ ਕੇ ਤੁਸੀਂ ਬੈਠ ਜਾਓ, ਸਾਰੀ ਪੁਲਿਸ, ਸਾਰੇ ਸਾਧਨ, ਸਾਰੀਆਂ ਏਜੰਸੀਆਂ ਤੁਹਾਡੇ ਹੱਥ 'ਚ ਨੇ। ਇਹ ਸੱਚ ਨਹੀਂ ਹੈ, ਇਹਨਾਂ ਦੇ ਹੱਥ ਦੇ ਵਿੱਚ ਕੁਝ ਨਹੀਂ। ਇਹ ਇੰਨੇ ਡਰੇ ਤੇ ਘਬਰਾਏ ਹੋਏ ਨੇ ਸਾਡੇ ਹੁਕਮਰਾਨ ਕਿ ਇੱਕ ਮਜ਼ਾਕ ਨਹੀਂ ਇਹਨਾਂ ਤੋਂ ਤਾਂ ਬਰਦਾਸ਼ਤ ਹੁੰਦਾ। ਕਿੰਨੇ ਸਾਰੇ ਕਮੇਡੀਅਨ ਜਿਹੜੇ ਹੱਕ 'ਚ ਨਹੀਂ ਸੀ ਲਿਖਦੇ, ਦੇਖੋ ਰਾਜੇ ਦੇ ਹੱਕ 'ਚ ਕਾਮੇਡੀ ਨਹੀਂ ਹੋ ਸਕਦੀ ਹੁੰਦੀ, ਮਜ਼ਾਕ ਉਹਦੇ ਉਲਟਾ ਹੀ ਹੁੰਦਾ ਹਮੇਸ਼ਾ ਹੀ। ਮਜ਼ਾਕ ਹਮੇਸ਼ਾ ਸੱਤਾ ਦੇ ਖਿਲਾਫ ਹੁੰਦਾ, ਚਾਹੇ ਕਿਤੇ ਹੋਵੇ ਉਹ। ਪੁਰਾਣੇ ਰਾਜੇ ਕੋਰਟ ਜਸਟਰ ਰੱਖ ਲੈਂਦੇ ਸੀ। ਉਹ ਤੁਸੀਂ ਕਿੰਨੀਆਂ ਸਟੋਰੀਆਂ ਸੁਣੀਆਂ ਹੋਈਆਂ ਨੇ ਵੀ ਉਹ ਜੋਕਰ ਨਹੀਂ ਕੋਈ ਗੱਲ ਕਹਿਤੀ ਕਿ ਜਿਹੜੀ ਲੋਕਾਂ ਦੇ ਮਨ ਦੀ ਗੱਲ ਸੀ, ਇਸ ਤਰੀਕੇ ਨਾਲ ਸੁਣ ਲੈਂਦੇ ਸੀ। ਅਕਬਰ ਨੂੰ ਕਿਸੇ ਨੇ ਮਜਬੂਰ ਨਹੀਂ ਸੀ ਕੀਤਾ ਕਿ ਉਹਨੇ ਜਿੰਨੇ 9 ਰਤਨ ਰੱਖੇ ਹੋਏ ਸੀ, ਕੋਈ ਵੀ ਉਹਦਾ ਰਿਸ਼ਤੇਦਾਰ ਨਹੀਂ ਸੀ। ਜ਼ਿਆਦਾਤਰ ਉਹ ਉਹਦੀ ਕਮਿਊਨਿਟੀ ਦੇ ਵੀ ਨਹੀਂ ਸੀ, ਧਾਰਮਿਕ ਤੌਰ ਤੇ ਵੀ ਉਹਦੇ ਨਾਲ ਨਹੀਂ ਸੀ ਜੁੜੇ ਹੋਏ, ਪੀਰ ਵੱਲੋਂ ਨਹੀਂ। ਪਰ ਉਹ ਸੱਚੀ ਗੱਲ ਮੂੰਹ ਤੇ ਕਹਿ ਦਿੰਦੇ ਸੀ ਕਿਉਂਕਿ ਉਹਨੇ ਜਗ੍ਹਾ ਰੱਖੀ ਹੋਈ ਸੀ ਇੰਨੀ, ਕਿਸੇ ਕਰਕੇ ਕਾਮਯਾਬ ਸੀ। ਜਦੋਂ ਸਾਰੇ ਦਰਵਾਜ਼ੇ ਤੁਸੀਂ ਬੰਦ ਕਰ ਦੋਗੇ, ਸੱਚ ਤੁਹਾਡੇ ਤੱਕ ਨਹੀਂ ਪਹੁੰਚ ਸਕੂਗਾ, ਤੁਹਾਡੇ 'ਚ ਸੁਣਨ ਦੀ ਸਮਰੱਥਾ ਨਹੀਂ ਰਹੂਗੀ, ਸਮਝ ਲਓ ਕਿ ਅੰਤ ਆ ਗਿਆ। ਮਹਾਭਾਰਤ ਕਿਸ ਤਰ੍ਹਾਂ ਲੱਗੀ ਸੀ? ਇਸ ਤਰ੍ਹਾਂ ਹੀ ਲੱਗੀ ਸੀ। ਬਿਲਕੁਲ, ਕਿ ਬੁੱਧੀ ਭ੍ਰਸ਼ਟ ਹੋ ਗਈ, ਨਿਗਾਹ ਖਤਮ ਹੋ ਗਈ, ਜੱਜਮੈਂਟ ਖਤਮ ਹੋ ਗਈ। ਸਾਰੇ ਵੱਡੇ ਵੱਡੇ ਭੀਸ਼ਮ ਪਿਤਾਮੇ, ਦਰੋਣਾਚਾਰੀ ਉਹਨੇ ਬੈਠੇ ਸੀ ਉੱਥੇ। ਰਾਜਿਆਂ ਦੀ ਕੁੜੀ, ਰਾਜੇ ਦੀ ਭੈਣ, ਰਾਜਿਆਂ ਦੀ ਵਾਈਫ, ਸ਼ਰੇ ਬਾਜ਼ਾਰ, ਮਤਲਬ ਕੋਰਟ ਦੇ ਵਿੱਚ ਕੱਪੜੇ ਉਤਾਰੇ ਗਏ। ਕੀ ਰਿਜ਼ਲਟ ਹੋਇਆ ਉਹਦਾ ਜੀ? 14 ਲੱਖ ਬੰਦਾ ਮਰਿਆ ਜਦੋਂ ਮਹਾਭਾਰਤ ਲੱਗੀ ਬਾਅਦ ਦੇ ਵਿੱਚ। ਸੋ ਜ਼ੁਲਮ ਹੈ ਜਿਹੜਾ, ਇਹ ਕਦੇ ਅਜਾਈ ਨਹੀਂ ਐਵੇਂ ਚਲਿਆ ਜਾਂਦਾ। ਧੱਕਾ ਜਿਹੜਾ ਵੀ ਕਿਸੇ ਨਾਲ ਹੋਊਗਾ ਉਹਦਾ ਹਿਸਾਬ ਦੇਣਾ ਹੀ ਪੈਣਾ। ਬਿਲਕੁਲ, ਉਹ ਅਸੀਂ ਨਹੀਂ ਦੇਵਾਂਗੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣਾ ਪੈ ਜਾਊਗਾ। ਸੋ ਇਸ ਕਰਕੇ ਇਹ ਜਿਹੜਾ ਸਮਾਂ ਹੈ, ਇਹ ਸੁੱਖ ਸ਼ਾਂਤੀ ਦਾ ਸਮਾਂ ਹੈ। ਮਤਲਬ ਇਹਦੇ 'ਚ ਸਿਆਣੇ ਲੋਕਾਂ ਨੂੰ, ਜਿਹੜੇ ਮਾੜੇ ਮੋਟੇ ਜਿਨ੍ਹਾਂ 'ਚ ਚੇਤਨਾ ਬਚੀ ਹੋਈ ਹੈ, ਉਹਨਾਂ ਨੂੰ ਅੱਗੇ ਵੀ ਆਉਣਾ ਚਾਹੀਦਾ ਹੈ। ਔਰ ਜਿਹੜੇ ਇਹਨਾਂ ਨੂੰ ਅਪੀਲ ਵੀ ਕਰਨੀ ਚਾਹੀਦੀ ਹੈ, ਅਰਦਾਸ ਵੀ ਕਰਨੀ ਚਾਹੀਦੀ ਵੀ ਹੁਕਮਰਾਨਾਂ ਦੀ ਬੁੱਧੀ ਭ੍ਰਸ਼ਟ ਹੋ ਗਈ ਹੈ, ਰੱਬ ਇਹਨਾਂ ਨੂੰ ਮੱਤ ਦੇਵੇ। 47 ਲੱਖ ਬੰਦਾ ਕੋਈ ਐਵੇਂ ਨਹੀਂ ਹੁੰਦਾ। ਬਿਲਕੁਲ, 47 ਲੱਖ ਮੀਨਸ ਤੁਸੀਂ ਉਹਨੂੰ 5 ਨਾਲ ਗੁਣਾ ਕਰ ਲਓ, ਇੰਨੇ ਪਰਿਵਾਰ ਜਿਹੜੇ ਇਫੈਕਟ ਹੋਏ ਹੋਣਗੇ। ਬਿਲਕੁਲ। ਸੋ ਲੋਕ ਤਾਂ ਤਰ੍ਹਾਂ ਤਰ੍ਹਾਂ ਕਰ ਰਹੇ ਨੇ। ਸਾਡੀ ਰਿਜ਼ਰਵ ਬੈਂਕ ਕਹਿ ਰਹੀ ਹੈ ਵੀ ਮਹਿੰਗਾਈ ਅਨਪ੍ਰੈਸੀਡੈਂਟਡ ਆਉਣ ਵਾਲੀ ਹੈ। ਅਸੀਂ ਲੱਗੇ ਹੋਏ ਇਹਨਾਂ ਕੰਮਾਂ ਦੇ ਵਿੱਚ, CEA ਦੁਬਾਰਾ ਲਿਆਵਾਂਗੇ, ਅਸੀਂ ਸਿਵਲ ਕੋਡ ਇੱਦਾਂ ਕਰਾਂਗੇ। ਕੁਛ ਵੀ ਕਰ ਲਓ ਤੁਸੀਂ, ਭੁੱਖੇ ਮਰਦੇ ਲੋਕ ਤੁਹਾਡੇ ਗਲ ਪੈਣਗੇ। ਬਿਲਕੁਲ। ਇਹ ਉਸੇ ਤੇ ਹੀ ਸਿਰਫ ਬੈਂਕ ਕਰ ਰਹੇ ਨੇ ਵੀ ਉਹ ਭੁੱਖੇ ਮਰਦੇ, ਵੀ ਭੁੱਖੇ ਨੂੰ ਤੁਸੀਂ ਇਹ ਕਹੀ ਜਾਓ ਵੀ ਤੂੰ ਦੇਖ ਵੀ ਤੂੰ ਖੁਸ਼ ਬਹੁਤ ਹੈ, ਮਤਲਬ ਉਹਦੇ ਆਲੇ ਦੁਆਲੇ ਬੀਨ ਵਜਾਉਣ ਵਾਲੇ ਲਾ ਦਿਓ ਮੀਡੀਆ। ਇਹ ਕਿੰਨੀ ਕੁ ਦੇਰ ਚੱਲੂਗਾ? ਬਿਲਕੁਲ। ਔਰ ਜਿਸ ਤਰ੍ਹਾਂ ਦੀ ਆਪਾਂ ਦਸ਼ਾ ਦੇ ਵਿੱਚ ਖੜੇ ਹਾਂ, ਜੋ ਆਪਾਂ ਨੂੰ ਆਪਣੇ ਮੁਲਕ ਦਾ ਖੁਦ ਦਾ ਪਤਾ ਹੈ। ਬਾਹਰੋਂ ਕੋਈ ਟਵੀਟ ਵੀ ਕਰ ਦੇਵੇ, ਅਸੀਂ ਚੱਕ ਲਿਆਉਂਦੇ ਉਹਨੂੰ ਜਾ ਕੇ। ਸਾਨੂੰ ਖੁਦ ਤਾਂ ਪਤਾ ਹੈ ਨਾ, ਮਨ ਕਿੰਨਾ ਕੁ ਪੇਟ ਨੂੰ ਗੁੰਮਰਾਹ ਕਰ ਦੂਗਾ। ਜੇ ਪੇਟ 'ਚ ਭੁੱਖ ਲੱਗੀ ਹੋਈ ਹੈ, ਕਿੰਨੇ ਕੁ ਨੂੰ ਮਤਲਬ ਗੀਤ ਸੰਗੀਤ ਔੜ ਜਾਊਗਾ। ਬਿਲਕੁਲ। ਸੋ ਇਸ ਕਰਕੇ ਇਹ ਦਸ਼ਾ ਬਹੁਤ ਹੀ ਮਾੜੀ ਹੈ। ਪਰ ਮੇਰਾ ਖਿਆਲ ਇਹ ਹੈ ਵੀ ਜਿਹੜੇ ਜਿੰਨਾ ਵੀ ਸਿਆਣੇ ਬੰਦੇ ਨੇ, ਪਹਿਲੀ ਗੱਲ ਤਾਂ ਉਹ ਆਪਣੀ ਸਿਆਣਪ ਬਚਾ ਕੇ ਰੱਖਣ। ਖਤਮ ਹੁੰਦੀ ਜਾ ਰਹੀ ਹੈ ਲੋਕਾਂ ਦੀ। ਦੂਜੀ ਚੀਜ਼ ਇਹ ਹੈ ਕਿ ਚਾਹੇ ਧਾਰਮਿਕ ਭਾਈਚਾਰੇ ਨੇ, ਚਾਹੇ ਜਾਤ ਪਾਤ ਹੈ, ਚਾਹੇ ਉਹ ਇਲਾਕੇ ਵਾਈਜ਼ ਹੈ, ਜਿਹੜਾ ਇੱਕ ਦੂਜੇ ਦੇ ਖਿਲਾਫ ਲੜ ਕੇ ਅਸੀਂ ਕੀ ਕਰ ਲਾਂਗੇ? ਇਕੱਠੇ ਹੋ ਕੇ ਤਾਂ ਅਸੀਂ ਕੋਈ ਹੱਲ ਮਸਲਾ ਲੱਭ ਸਕਦੇ ਹਾਂ, ਕੋਈ ਮਸਲਾ ਵੀ। ਜਿਹੜਾ ਅਸੀਂ ਇੱਕ ਦੂਜੇ ਦੇ ਖਿਲਾਫ ਨਫ਼ਰਤ ਫੈਲਾ ਕੇ, ਆਪਣੇ ਆਪ ਨੂੰ ਰੋਗ ਲਾ ਕੇ, ਦੂਜਿਆਂ ਨੂੰ ਰੋਗ ਲਾ ਕੇ, ਅਸੀਂ ਕੀ ਕਰਾਂਗੇ? ਬਿਲਕੁਲ। ਫਰੀਦ ਸਾਹਿਬ ਦਾ ਤੁਹਾਨੂੰ ਸ਼ਲੋਕ ਯਾਦ ਹੋਣਾ ਹੈ। ਫਰੀਦ ਸਾਹਿਬ ਨੇ ਕਿਹਾ ਸੀ ਕਿ ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਉਹ ਕਹਿੰਦਾ ਜੇ ਗੁੱਸੇ 'ਚ, ਨਿਰਦੈਤਾ 'ਚ ਇੱਦਾਂ ਫਿਰੋਗੇ, ਰੋਗ ਲੱਗ ਜਾਣਗੇ ਤੁਹਾਨੂੰ। ਤੁਸੀਂ ਚੰਗਿਆਈ ਸੋਚੋ, ਚੰਗਿਆਈ ਨੂੰ ਕਲਟੀਵੇਟ ਕਰੋ ਔਰ ਚੰਗਿਆਈ ਨੂੰ ਅੱਗੇ ਫੈਲਾਓ। ਸਾਡੇ ਜਿਹੜੀ ਚੰਗਿਆਈ ਫੈਲ ਵੀ ਰਹੀ ਹੈ ਦਿਖਾਵੇ ਦੇ ਤੌਰ ਤੇ। ਧਾਰਮਿਕ ਰਿਚੁਅਲਸ ਨੇ ਜਿਹੜੀਆਂ, ਉਹਨਾਂ ਨੂੰ ਅਸੀਂ ਹਥਿਆਰ ਦੇ ਤੌਰ ਤੇ ਵਰਤਦੇ ਹਾਂ ਇੱਕ ਦੂਜੇ ਦੇ ਖਿਲਾਫ।
ਦੇਖੋ ਨਾ, ਮਤਲਬ ਪਹਿਲਾਂ ਜੋ ਮੁਸਲਮਾਨ ਕਰਦੇ ਹੁੰਦੇ ਸੀ, ਮੈਨੂੰ ਤਾਂ ਸਮਝ ਨਹੀਂ ਆਉਂਦੀ, ਅਸੀਂ ਮੁਗਲਾਂ ਨੂੰ ਗਾਲਾਂ ਕੱਢੀ ਜਾਂਦੇ, ਆਹੀ ਕੁਛ ਉਹ ਕਰਦੇ ਸੀ। ਔਰੰਗਜ਼ੇਬ ਦੇ ਖਿਲਾਫ ਕਿਉਂ ਸੀ? ਕਿਸ ਗੱਲ ਦੀ ਲੜਾਈ ਸੀ ਗੁਰੂਆਂ ਦੀ? ਜ਼ੁਲਮ ਦੀ ਉਹ ਲੜਾਈ ਸੀ ਨਾ। ਬਿਲਕੁਲ। ਉਹ ਇੱਕ ਫਿਰਕੇ ਤੇ ਜ਼ੁਲਮ ਕਰ ਰਹੇ ਸੀ, ਧੱਕਾ ਕਰ ਰਹੇ ਸੀ। ਹੁਣ ਅਸੀਂ ਉਹੀ ਕੰਮ ਕਰ ਰਹੇ ਹਾਂ। ਬਿਲਕੁਲ। ਫਰਕ ਕੀ ਹੋਇਆ ਉਹਦੇ 'ਚ? ਜੀ ਬਿਲਕੁਲ। ਭੱਟੀ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਜਦੋਂ ਸਿਆਸਤਦਾਨ ਨੂੰ ਲੱਗਦਾ ਜਦੋਂ ਕੁਰਸੀ ਮੇਰੇ ਕੋਲ ਹੈ ਤਾਂ ਸਾਰੀ ਪਾਵਰ ਮੇਰੇ ਕੋਲ ਹੈ, ਮੈਂ ਕੁਛ ਵੀ ਕਰ ਸਕਦਾ, ਅਤੇ ਫਿਰ ਉਸੇ ਕੁਰਸੀ ਨੂੰ ਬਰਕਰਾਰ ਰੱਖਣ ਦੇ ਲਈ ਜਾਂ ਫਿਰ ਉਸ ਕੁਰਸੀ ਨੂੰ ਪ੍ਰਾਪਤ ਕਰਨ ਦੇ ਲਈ ਆਹ ਸਭ ਕੁਝ ਹੁੰਦਾ ਹੈ ਨਾ। ਬਿਲਕੁਲ ਬਿਲਕੁਲ ਬਿਲਕੁਲ। ਅਤੇ ਫਿਰ ਜਦੋਂ ਅਸੀਂ ਕਹਿੰਦੇ ਹਾਂ ਕਿ ਡੈਮੋਕ੍ਰੇਸੀ ਹੈ ਅਤੇ ਸਾਡੇ ਤਾਂ ਲੋਕਤੰਤਰ ਹੈ, ਲੋਕਾਂ ਦੀ ਸੁਣਵਾਈ ਹੋਊਗੀ, ਤਾਂ ਫਿਰ ਡੈਮੋਕ੍ਰੇਸੀ ਸਟੈਂਡ ਕਿੱਥੇ ਕਰਦੀ ਹੈ ਜਦੋਂ ਤੁਸੀਂ ਲੋਕਾਂ ਨੂੰ ਮਾਰ ਕੇ ਲੋਕਾਂ ਨੂੰ ਜਾਤਾਂ ਪਾਤਾਂ ਦੇ ਆਧਾਰ 'ਤੇ ਵੰਡਣਾ? ਬਹੁਤ ਵੱਡਾ ਇਹ ਸ਼ੋਸ਼ਾ ਅਤੇ ਭੁਲੇਖਾ ਹੈ ਜੀ। ਲੋਕਤੰਤਰ ਜਾਂ ਲੋਕ ਰਾਜ ਜਿਹੜਾ ਅਸੀਂ ਕਹਿੰਦੇ ਹਾਂ, ਕਿਹੜੇ ਲੋਕ? ਪਹਿਲਾਂ ਅਸੀਂ ਡਿਫਾਈਨ ਕਰੀਏ ਨਾ, ਲੋਕ ਤਾਂ ਇੱਕ ਤਰ੍ਹਾਂ ਦੇ ਹੈ ਨਹੀਂ। ਉਹ ਬ੍ਰੈਖਟ ਦਾ ਨਾ ਇੱਕ ਬਹੁਤ ਵੱਡਾ ਹੋਇਆ, ਉਹ ਨਾਟਕਕਾਰ, ਉਹਨੇ ਇੱਕ ਨਾ ਉਹਦੇ ਨਾਟਕ ਦੇ ਵਿੱਚ ਇੱਕ ਸਿਚੁਏਸ਼ਨ ਬਣ ਜਾਂਦੀ ਹੈ। ਰਾਜੇ, ਉਹ ਲੋਕ ਉੱਠਦੇ ਨੇ, ਰੌਲਾ ਪਾਉਂਦੇ ਨੇ, ਮੰਗਾਂ ਨੇ ਉਹਨਾਂ ਦੀਆਂ, ਉਹ ਵਜ਼ੀਰਾਂ ਨੂੰ ਭੇਜਦਾ, ਉਹਨਾਂ ਨੂੰ ਲਾਲਚ ਸਾਰਾ ਕੁਝ ਕਹਿੰਦਾ, ਉਹ ਲੋਕ ਸੁਣਦੇ ਨਹੀਂ। ਵਜ਼ੀਰ ਵਾਰ-ਵਾਰ ਆ ਕੇ ਕਹਿੰਦੇ ਜੀ ਲੋਕ ਮੰਨ ਨਹੀਂ ਰਹੇ। ਉਹ ਉਹਨਾਂ ਨੂੰ ਕਹਿੰਦਾ ਆਪਾਂ ਕੋਈ ਨਵੇਂ ਲੋਕ ਨਹੀਂ ਕ੍ਰੀਏਟ ਕਰ ਸਕਦੇ। ਜੀ। ਮਤਲਬ ਉਹਦਾ ਕਮਾਲ ਦੀ ਉਹਦਾ ਸੈਂਟੈਂਸ ਸੀ ਕਿ ਕਾਂਟ ਵੀ ਚੇਂਜ ਦਾ ਪੀਪਲ। ਇਹ ਜਿਹੜਾ ਮੀਡੀਆ ਰਾਹੀਂ ਧਰਮ ਰਾਹੀਂ ਇਹੀ ਹੋ ਰਿਹਾ ਕਿ ਲੋਕਾਂ ਦਾ ਹੀ ਮਨ ਬਦਲ ਦਿਓ, ਮਾਨਸਿਕਤਾ ਕੈਚ ਕਰ ਲਓ। ਹਾਂ ਜੀ। ਅੱਛਾ, ਉਹਨਾਂ ਦਾ ਹੀ ਰਾਜ ਕਰੋ, ਫਿਰ ਉਹਨਾਂ ਨੂੰ ਕਹੋ ਤੁਹਾਡਾ ਰਾਜ ਹੈ। ਇਹੀ ਹੋ ਰਿਹਾ ਨਾ, ਜਿਹੜਾ ਭੀੜ ਤੰਤਰ ਹੈ ਜਿਹੜਾ, ਉਹ ਭੀੜਾਂ ਨੂੰ ਖੁੱਲ੍ਹ ਦੇ ਦਿਓ, ਉਹ ਜਿਹਨੂੰ ਮਰਜ਼ੀ ਮਾਰੀ ਜਾਣ ਤੇ ਚੁੱਪ ਕਰਕੇ ਬੈਠੇ ਰਹੋ। ਜਿਹੜਾ ਉਹਨਾਂ ਨੂੰ ਟੋਕਦਾ ਮਾੜਾ ਮੋਟਾ ਜੇ ਇੱਕ ਟਵੀਟ ਵੀ ਕਰਨ ਦਾ, ਉਹਨੂੰ ਚੱਕ ਲਿਓ। ਇਹੀ ਹੋ ਰਿਹਾ ਨਾ। ਬਿਲਕੁਲ। ਕਿ ਜਿਹੜਾ ਉਹਨਾਂ ਦੇ ਨਾਲ ਨਹੀਂ ਹੈ ਉਹਦਾ ਸਾਹ ਲੈਣਾ ਵੀ ਪਾਪ ਹੈ, ਜਿਹੜਾ ਨਾਲ ਹੈ ਉਹਨੂੰ 7 ਖੂਨ ਮਾਫ ਨੇ। ਇਹ ਲੋਕ ਨੇ, ਇਹਨਾਂ ਲੋਕਾਂ ਦਾ ਤੰਤਰ ਹੈ ਜੀ। ਸੋ ਇਸ ਕਰਕੇ ਕੋਈ ਲੋਕ ਰਾਜ ਵਗੈਰਾ ਨਹੀਂ। ਲਿੰਕਨ ਨੇ ਗੱਲ ਕਹੀ ਸੀ ਕਿ ਜੇ ਤੁਸੀਂ ਕਿਸੇ ਦਾ ਰੀਅਲ ਟੈਸਟ ਲੈਣਾ, ਉਹਨੂੰ ਪਾਵਰ ਦੇ ਦਿਓ। ਅਸਲੀ ਬੰਦੇ ਦਾ ਪਤਾ ਉਦੋਂ ਲੱਗਦਾ ਹੈ। ਅਸੀਂ ਹੁਣ ਐਵੇਂ ਕਹਿੰਦੇ ਰਹੇ ਜੀ ਇਹ ਬੜੇ ਮਸਕੀਨ ਜੇ ਲੋਕ ਨੇ, ਬੜੇ ਬੀਬੇ ਨੇ, ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ, ਬੜੇ ਸੋਹਣੇ ਸੋਹਣੇ ਨਾਂ ਹੁੰਦੇ ਨੇ ਉਹਨਾਂ ਦੇ। ਜਦ ਸ਼ਕਤੀ ਆਉਂਦੀ ਹੈ ਫਿਰ ਪਤਾ ਲੱਗਦਾ ਵੀ ਇਹ ਬੰਦਾ ਆਮ ਆਦਮੀ ਪਾਰਟੀ ਕੀ ਹੈ, ਜਨਸੰਘ ਕੀ ਹੈ, ਜਾਂ RSS ਜੋ ਵੀ, ਚਾਹੇ ਕਮਿਊਨਿਸਟ ਨੇ, ਚਾਹੇ ਅਕਾਲੀ ਨੇ, ਜਿਹੜਾ ਵੀ ਹੈ, ਉਹ ਜਦੋਂ ਓਪੋਜੀਸ਼ਨ ਹੁੰਦੇ ਨੇ ਬੜੇ ਭੋਲੇ ਭਾਲੇ ਬੀਬੇ ਮਿੱਠੀਆਂ ਗੱਲਾਂ ਕਰਦੇ ਨੇ। ਉਹ ਤਾਂ ਮਤਲਬ ਇੱਦਾਂ ਦੀ ਗੱਲ ਹੁੰਦੀ ਹੈ ਨਾ, ਜਿਵੇਂ ਉਹ ਤੁਸੀਂ ਸੁਣੀ ਹੋਣੀ ਉਹ ਗੱਲ। ਉਹ ਕੋਈ ਬੰਦਾ ਸੀ, ਉਹਦੇ ਆਪਣੇ ਵਰਗਾ ਸੀਗਾ, ਪੁੰਨ ਪਾਪ ਉਹਦੇ ਅੱਧੋ ਅੱਧ ਸੀ। ਉਹ ਜਦੋਂ ਉੱਪਰ ਗਿਆ, ਉਹ ਕਹਿੰਦੇ ਵੀ ਅੱਧੋ ਅੱਧ ਤੂੰ ਨਰਕ 'ਚ ਵੀ ਜਾ ਸਕਦਾ, ਸਵਰਗ 'ਚ ਵੀ, ਤੂੰ ਚੁਣ ਲੈ, ਤੈਨੂੰ ਆਪਸ਼ਨ ਦੇ ਦਿੰਦੇ ਪਹਿਲਾਂ। ਹਾਂ, ਕਿੱਥੇ ਜਾਣਾ? ਹਾਂ, ਉਹਨੇ ਸਵਰਗ ਦੇਖਿਆ, ਉਹਦੇ ਸਾਧੂ ਬੈਠੇ ਧੂਆਂ ਧਾਂ ਕਰਿਆ ਹੋਇਆ, ਉਹਨੂੰ ਲੱਗਿਆ ਵੀ ਐਵੇਂ ਇਹ ਤਾਂ ਕੁਝ ਵੀ ਨਹੀਂ ਹੈ। ਉਹ ਨਰਕ ਦੇ ਵਿੱਚ ਗਿਆ। ਨਰਕ ਦੇ ਵਿੱਚ ਉਹਨਾਂ ਨੇ ਉਹਦਾ ਸਵਾਗਤ ਕਰਿਆ, ਕਹਿੰਦੇ ਚਲੋ ਗੋਲਫ ਖੇਡ ਕੇ ਆਉਣੇ ਆ, ਵਿੱਚ ਦੀ ਜੂਸ ਪੀਤਾ, ਵਿੱਚ ਡਾਂਸ ਕਰ ਰਹੀਆਂ ਸੀ ਲੇਡੀਜ਼, ਬਹੁਤ ਸੋਹਣਾ ਸੀ। ਉਹਨੂੰ ਲੱਗਿਆ ਵੀ ਕਮਾਲ ਦੀ ਗੱਲ ਹੈ ਤਾਂ। ਤੇ ਉਹਨੇ ਜੀ ਚੁਣ ਲਿਆ ਉਹ। ਦੂਜੇ ਦਿਨ ਜਦੋਂ ਨਰਕ ਦੇ ਵਿੱਚ ਵੜਿਆ, ਉਹਨੇ ਪੁੱਠਾ ਲਟਕਾ ਲਿਆ, ਛੈਂਟੇ ਪੈਣ ਲੱਗੇ, ਥੱਲੇ ਅੱਗ ਲੱਗੀ ਹੋਈ। ਉਹ ਕਹਿੰਦਾ ਇਹ ਕੀ ਹੋ ਰਿਹਾ ਵੀ ਮੈਂ ਤਾਂ ਕੱਲ੍ਹ ਵਾਲੇ ਨਾਲ। ਉਹ ਕਹਿੰਦੇ ਕੱਲ੍ਹ ਤਾਂ ਸਾਡਾ ਕਨਵੈਸਿੰਗ ਡੇ ਸੀਗਾ। ਉਹ ਤਾਂ ਕਨਵੈਸਿੰਗ ਟਾਈਮ ਸੀ ਸਾਡਾ ਅਸਲ ਦੇ ਵਿੱਚ। ਸੋ ਇਹ ਜਿਹੜਾ ਜਦੋਂ ਲਾਰੇ ਲਾ ਕੇ ਸਾਰਾ ਕੁਝ ਦਿਖਾਇਆ ਜਾਂਦਾ, ਅਸਲੀ ਤਾਂ ਫਿਰ ਜਦੋਂ ਪੁੱਠੇ ਲਟਕਾ ਕੇ ਦਾਖਲ ਹੋ ਜਾਂਦੇ ਆ, ਦਾਖਲ ਉਦੋਂ ਪਤਾ ਲੱਗਦਾ। ਨਰਕ ਚੁਣ ਲਿਆ ਜਦੋਂ ਤੁਸੀਂ, ਫਿਰ ਤਾਂ ਉਹ ਨਰਕ ਦੀ ਤਰ੍ਹਾਂ ਹੀ ਕੰਮ ਕਰੂਗਾ ਨਾ। ਬਿਲਕੁਲ। ਸੋ ਹਾਲਾਤ ਅਸਲ 'ਚ ਉਹ ਬਣੀ ਹੋਈ ਹੈ ਮੁਲਕ ਦੇ ਯਾਰ, ਬੜਾ ਦੁਖਦਾਈ ਹੈ ਇਹ। ਯਾਰ ਸਮਝ ਨਹੀਂ ਆਉਂਦੀ ਵੀ ਇਹਦਾ ਹੱਲ ਕੋਈ ਸੱਚ ਕੋਈ ਟ੍ਰੈਡੀਸ਼ਨਲ ਉਹਦੇ 'ਚ ਹੱਲ ਨਹੀਂ ਨਜ਼ਰ ਆਉਂਦਾ। ਜੋ ਹੁਣ ਚਾਹੇ ਆਰਥਿਕ ਘਟਨਾਵਾਂ ਨੇ ਜਾਂ ਫਿਰ ਸਮਾਜਿਕ ਨੇ ਜਾਂ ਰਾਜਨੀਤਿਕ ਨੇ, ਇਹ ਭੱਟੀ ਸਾਹਿਬ ਆ ਕੇ ਇੱਕ ਪੁਆਇੰਟ 'ਤੇ ਇਕੱਠੀਆਂ ਹੋ ਰਹੀਆਂ ਨੇ ਹੁਣ। ਅਤੇ ਪਿਛਲੇ ਸਮੇਂ ਨਾਲੋਂ ਕਾਫੀ ਕੁਛ ਵਧਿਆ ਹੀ ਹੈ, ਸਮਾਜਿਕ ਸਪੀਡ ਬਹੁਤ ਵਧ ਗਈ ਹੈ। ਹਾਂ, ਸਪੀਡ ਕਾਫੀ ਵੱਧ ਗਈ। ਹੁਣ ਇੱਕ ਪੁਆਇੰਟ 'ਤੇ ਇਕੱਠੀਆਂ ਹੋ ਰਹੀਆਂ ਨੇ, ਬਲਾਸਟ ਵੀ ਹੋ ਸਕਦਾ ਫਿਰ। ਦੇਖੋ ਇਹੀ ਹੁੰਦਾ ਹੈ ਕਿ ਜਦੋਂ, ਇਹ ਤਾਂ ਨੇਚਰ ਦਾ ਲਾਅ ਹੈ ਕਿ ਜਦੋਂ ਅਸੀਂ ਜੇ ਤਾਂ ਚੀਜ਼ਾਂ ਨੋਰਮਲ ਸਮੂਥਲੀ ਚੱਲਦੀਆਂ ਨੇ, ਪਾਣੀ ਹੀ ਚੱਲਦਾ ਹੈ, ਤੁਸੀਂ ਉਹਨੂੰ ਬਲੌਕ ਕਰ ਦਿਓ ਕਿਤੇ, ਬਲੌਕ ਕਰੂਗਾ ਤਾਂ ਤੋੜ ਦੂਗਾ ਉਹਨਾਂ ਰਸਤਿਆਂ ਨੂੰ। ਸਿੰਪਲ ਜੀ ਗੱਲ ਹੈ। ਕਿਸੇ ਚੀਜ਼ ਨੂੰ, ਹਵਾ ਨੂੰ, ਆ ਇਸ ਕਮਰੇ ਦੀ ਹੋਈ ਹਵਾ, ਉਹਨੂੰ ਸਾਰੀ ਨੂੰ ਤੁਸੀਂ ਬਲੌਕ ਕਰ ਦਿਓ, ਉਹ ਜੇ ਉਹਦੇ ਪ੍ਰੋਸੈਸਿਸ ਨੇ ਉਹ ਬਲਾਸਟ ਕਰ ਦੂਗੀ ਇਹਨੂੰ। ਸਕੂਲਾਂ ਦੇ ਵਿੱਚ ਉਹ ਛੋਟਾ ਜਿਹਾ ਐਕਸਪੈਰੀਮੈਂਟ ਕਰਾਉਂਦੇ ਹੁੰਦੇ ਸੀ ਕਿ ਜਿਹੜੀ ਪੈਟਰੋਲ ਵਾਲੀ ਪੀਪੀ ਉਹਨੂੰ ਖਾਲੀ ਕਰਕੇ ਬਾਹਰ ਅੱਗ ਲਾ ਦਿੰਦੇ ਸੀ, ਉਹ ਅੰਦਰ ਜਦੋਂ ਫੈਲਦੀ ਸੀ ਉਹਨੂੰ ਬਲਾਸਟ ਕਰ ਦਿੰਦੀ ਸੀ। ਸੋ ਇਹ ਐਗਜ਼ੈਕਟਲੀ ਉੱਦਾਂ ਦੀ ਸਿਚੁਏਸ਼ਨ 'ਤੇ ਅਸੀਂ ਬੈਠੇ ਹਾਂ। ਕੋਈ ਇੱਕ ਚਿੰਗਾੜੀ ਵੀ ਸਾਰੇ ਜੰਗਲ ਨੂੰ ਅੱਗ ਲਾ ਸਕਦੀ ਹੈ, ਮਤਲਬ ਐਨੀਥਿੰਗ ਕੈਨ ਪ੍ਰੋਵੋਕ। ਇਹਦਾ ਸੇਕ ਵੀ ਫਿਰ ਲੱਗਣਾ ਨਾ। ਹਾਂ, ਸੇਕ ਤਾਂ ਲੋਕਾਂ ਨੂੰ ਹੀ ਲੱਗਦਾ ਹੈ। ਸੇਕ ਤਾਂ ਪਹਿਲਾਂ 47 'ਚ ਲੋਕਾਂ ਨੂੰ ਲੱਗਿਆ, ਹੁਣ ਵੀ ਲੋਕ ਤਾਂ ਸੇਕ ਭੁਗਤ ਰਹੇ ਨੇ।
ਜਿਸ ਤਰ੍ਹਾਂ ਕੋਵਿਡ ਦੇ ਦੌਰਾਨ ਜੋ ਆਮ ਲੋਕਾਂ ਨੇ ਦੁੱਖ ਭੋਗਿਆ ਹੈ, ਮਤਲਬ ਕਿਸੇ ਨਾਲ ਤੁਸੀਂ ਗੱਲ ਕਰਕੇ ਦੇਖੋ ਨਾ, ਕਿਸੇ ਦੀ ਮਾਂ, ਕਿਸੇ ਦਾ ਪਿਓ ਮਤਲਬ ਤੁਰ ਗਏ, ਮਤਲਬ ਕਰਮੇਸ਼ਨ ਵੀ ਨਹੀਂ ਕਰ ਸਕੇ ਬਹੁਤ ਸਾਰੇ। ਬਿਲਕੁਲ। ਸੋ ਦੁੱਖ ਤਾਂ ਹਮੇਸ਼ਾ ਮਾੜਾ ਹੀ ਭੁਗਤਦਾ ਹੈ। ਜੀ ਬਿਲਕੁਲ। ਸੋ ਇਹੀ ਪੋਜੀਸ਼ਨ ਹੈ। ਇਹ ਤਾਂ ਆਪਾਂ ਤਾਂ ਰਲ ਮਿਲ ਕੇ ਹੈ ਕਿ ਜਿੰਨਾ ਕੁ, ਪਹਿਲੀ ਗੱਲ ਤਾਂ ਆਪਣੇ ਆਪ ਨੂੰ ਸੰਭਾਲੋ ਭਾਈ, ਬੁਰਿਆਈ ਨਿਰਦੈਤਾ ਨਾ ਫੈਲਾਓ ਅੱਗੇ। ਜੇ ਕੋਈ ਫੈਲਾ ਰਿਹਾ ਉਹਨੂੰ ਸਮਝਾਓ ਪਿਆਰ ਨਾਲ, ਉਹਨੂੰ ਸੰਭਾਲੋ। ਕਿਉਂਕਿ ਅਸੀਂ ਸਰਕਾਰਾਂ ਨੂੰ ਗਾਲਾਂ ਕੱਢ ਲੈਂਦੇ ਹਾਂ, ਦੂਜੀਆਂ ਕਮਿਊਨਿਟੀਜ਼ ਨੂੰ ਗਾਲਾਂ ਕੱਢ ਲੈਂਦੇ ਹਾਂ, ਉਹਦੇ ਨਾਲ ਉਹ ਰੌਲਾ, ਇਹ ਨਾਲ ਰੌਲਾ ਹੋਰ ਵੱਧਦਾ ਹੀ ਹੈ। ਭੱਟੀ ਸਾਹਿਬ, ਇੱਕ ਆਪਾਂ ਇਹਦੇ 'ਚ ਹੋਰ ਜੇਕਰ ਆਪਾਂ ਗੱਲ ਕਰੀਏ ਕਿ ਬੇਰੁਜ਼ਗਾਰੀ ਦਾ ਇਹ ਸਭ ਕਾਸੇ ਦੇ ਵਿੱਚ ਕਿੰਨਾ ਕੁ ਯੋਗਦਾਨ ਹੈ, ਕਿਉਂਕਿ ਜੇਕਰ ਲੋਕਾਂ ਕੋਲ ਰੁਜ਼ਗਾਰ ਨਹੀਂ ਹੋਊਗਾ ਤਾਂ ਲੋਕਾਂ ਕੋਲ ਪੈਸਾ ਨਹੀਂ ਹੋਊਗਾ, ਪੈਸਾ ਨਹੀਂ ਹੋਊਗਾ ਤਾਂ ਤੰਗੀ ਤੋਸ਼ੀ ਦੇ ਵਿੱਚ ਕਲੇਸ਼ ਹੋਊਗਾ, ਸਭ ਘਟਨਾਵਾਂ ਉਹ ਆ ਕੇ ਜੁੜਨਗੀਆਂ। ਬੇਰੁਜ਼ਗਾਰੀ ਨੂੰ ਤੁਸੀਂ ਮੰਨਦੇ ਹੋ ਕਿ ਕਿਤੇ ਨਾ ਕਿਤੇ ਜੜ ਹੈਗੀ ਹੈ ਬੇਰੁਜ਼ਗਾਰੀ ਵੀ, ਲੋਕਾਂ ਕੋਲ ਕੰਮ ਨਾ ਹੋਣਾ? ਦੇਖੋ ਸਾਡੇ ਸਾਹਮਣੇ ਹੈ, ਸਾਡੇ ਜਿਹੜੇ ਮੁਲਕ ਨੇ ਇਰਦ ਗਿਰਦ, ਚਾਈਨਾ ਸਾਡੇ ਸਾਹਮਣੇ ਹੈ। ਚਾਈਨਾ ਦੇ ਵਿੱਚ ਸਾਡੇ ਜਿੰਨੀ ਬੇਰਾਮੀ, ਤੰਗੀ ਤੁਰਸ਼ੀ ਨਹੀਂ ਹੈ। ਕਿਉਂ ਨਹੀਂ ਹੈ? ਉਹਦਾ ਕਾਰਨ ਇਹ ਹੈ ਕਿ ਆਰਗੇਨਾਈਜ਼ਡ ਨੇ ਸਾਡੇ ਨਾਲੋਂ ਬੈਟਰ। ਦੇਖੋ ਨਾ, ਸਾਡੇ ਬੇਰੁਜ਼ਗਾਰੀ ਹੈ, ਸਾਡੇ ਕੰਮ ਨਹੀਂ, ਅਸੀਂ ਵਿਹਲੇ ਲੋਕ ਨੇ। ਸਾਡੇ ਵਿਹਲੇ ਬੰਦਿਆਂ ਨੂੰ, ਭੀੜਾਂ ਨੂੰ ਜਿਵੇਂ ਮਰਜ਼ੀ ਭੀੜ ਤੰਤਰ ਦੇ ਵਿੱਚ ਬਦਲ ਦਿਓ ਤੁਸੀਂ। ਅੱਛਾ, ਉਹਨਾਂ ਦੇ ਇਹ ਹੈ ਵੀ ਡਿਸਪਲਿਨ ਹੈ, ਸਖਤੀ ਹੈ ਤੇ ਮਿਹਨਤ ਵੀ ਕਰਦੇ ਨੇ ਉਹ। ਸਾਡੇ ਜਿੰਨੀ ਉਹ ਆਬਾਦੀ ਹੈ, ਇੱਕ ਇਹ ਵੀ ਹੈ ਕਿ ਸਾਡੇ ਜਿੰਨੇ ਸਾਧਨ ਨੇ, ਅਸੀਂ ਐਵੇਂ ਵਿਸ਼ਵ ਗੁਰੂ ਕਹੀ ਜਾਈਏ ਆਪਣੇ ਆਪ ਨੂੰ। ਮਤਲਬ ਐਵਰੇਜ ਜਿਹੜਾ ਲਾਈਫ ਸਟਾਈਲ ਹੈ ਜਾਂ ਲਾਈਫ ਦਾ ਜਿਹੜਾ ਲੈਵਲ ਹੈ, ਰੋਟੀ ਪਾਣੀ ਕੱਪੜਾ ਸ਼ੈਲਟਰ, ਉਹ ਤਾਂ ਉੱਥੇ ਬੈਠ ਰਹੀ ਹੈ ਸਾਡੇ ਨਾਲੋਂ ਦਿੱਤਾ ਹੋਇਆ ਉਹਨਾਂ ਨੇ। ਹਾਲਾਂਕਿ ਕੋਈ ਉਹ ਵਿਸ਼ਵ ਗੁਰੂ ਨਹੀਂ, ਮਤਲਬ ਕਸਿਆ ਪਿਟਿਆ ਜਾਂ ਕਮਿਊਨਿਜ਼ਮ ਹੈ ਉਹਨਾਂ ਦਾ, ਪਰ ਆਮ ਲੋਕ ਨੇ ਜਿਹੜੇ ਉਹ ਕੰਮ ਕਰਦੇ ਨੇ, ਆਪਣੀ ਡਿਊਟੀ ਕਰਦੇ ਨੇ। ਉਹ ਇਸ ਗੱਲ ਲਈ ਥੋੜ੍ਹਾ ਛੱਡੇ ਹੋਏ ਨੇ ਵੀ ਫਲਾਣੇ ਨੂੰ ਲੱਭ ਕੇ ਉਹਦੀ ਦੁਕਾਨ ਨੂੰ ਅੱਗ ਲਾ ਦਿਓ, ਫਿਰ ਬਾਅਦ 'ਚ ਬਲਡੋਜ਼ਰ ਭੇਜ ਦਾਂਗੇ। ਇੱਦਾਂ ਨਹੀਂ ਨਾ ਹੋ ਰਿਹਾ। ਸੋ ਅਸੀਂ ਤਾਂ ਇੱਕ ਫੰਕਸ਼ਨਿੰਗ ਅਨਾਰਕੀ ਜਿਹਨੂੰ ਕਹਿੰਦੇ ਨੇ, ਉਹ ਸੀਗੀ ਸਾਡੇ ਪਹਿਲਾਂ ਹੀ। ਬੇਤਰਤੀਬੀ ਸਾਡੀ ਸਰਕਾਰਾਂ ਨੇ ਖੜੀ ਕਰ ਰੱਖੀ ਹੈ। ਹੁਣ ਸਾਡੇ ਡਿਸਫੰਕਸ਼ਨਲ ਅਨਾਰਕੀ ਹੈ। ਪਹਿਲਾਂ ਇਹਨੂੰ ਅੰਗਰੇਜ਼ ਇਹ ਕਹਿੰਦੇ ਸੀ, ਬਾਹਰਲੇ ਵੈਸਟਰਨ ਲੋਕ, ਕਿ ਫੰਕਸ਼ਨਿੰਗ ਅਨਾਰਕੀ ਹੈ। ਚਾਹੇ ਅਨਾਰਕੀ ਹੈ ਪਰ ਕੰਮ ਜਿਹਾ ਕਰੀ ਚੱਲੀ ਜਾਂਦਾ। ਹੁਣ ਕੰਮ ਨਹੀਂ ਚੱਲ ਰਿਹਾ, ਹੁਣ ਚੱਲਦੇ ਕੰਮ ਨੂੰ ਵੀ ਵਿਗਾੜ ਰਹੀ ਹੈ। ਇਹ ਡਿਸਫੰਕਸ਼ਨਲ ਅਨਾਰਕੀ ਹੈ। ਔਰ ਇਹਦੇ ਵਿੱਚ ਮੇਰਾ ਖਿਆਲ ਹੈ ਵੀ ਨੈਗੇਟਿਵਿਟੀ ਜਿੰਨੀ ਵੀ ਹੈ, ਚਾਹੇ ਉਹ ਆਮ ਲੋਕਾਂ ਦੇ ਮਨ 'ਚ ਹੈ, ਚਾਹੇ ਉਹ ਰੂਲਰਸ ਦੇ ਮਨ 'ਚ ਹੈ, ਉਹਨੂੰ ਘਟਾ ਕੇ ਤਾਂ ਆਪਸ ਵਿੱਚ ਰਲ ਕੇ ਬੈਠ ਕੇ ਮਿਲ ਕੇ ਏਕਤਾ ਨਾਲ ਮਸਲੇ ਹੱਲ ਹੋਣਗੇ। ਇਹ ਅਕਲ ਨਾਲ ਹੋਣਗੇ। ਇਹ ਨਫ਼ਰਤ ਨਾਲ, ਝਗੜੇ ਨਾਲ, ਬੇਸਵਾਦੀ ਨਾਲ, ਰਿਊਮਰਸ ਫੈਲਾਉਣ ਨਾਲ, ਇਹਦੇ ਨਾਲ ਨਹੀਂ ਹੋਣੇ। ਜਾਂ ਇੱਕ ਦੂਜੇ ਦੇ ਉੱਪਰ ਨੰਬਰ ਬਣਾਉਣ ਨਾਲ। ਅਕਲ ਸਰਕਾਰਾਂ ਨੂੰ ਰਾਸ ਨਹੀਂ ਨਾ ਆਉਂਦੀ, ਉਹ ਆਉਣ ਨਹੀਂ ਦੇਣਗੇ। ਨਹੀਂ, ਉਹਨੂੰ ਹੈ ਹੀ ਨਹੀਂ। ਆਪਾਂ ਕਈ ਵਾਰ ਉਹਨੂੰ ਸਬਸਿਡੀ ਦੇ ਦਿੰਦੇ ਐਵੇਂ। ਜੇ ਅਕਲ ਹੋਵੇ ਤਾਂ ਇਹੋ ਜਿਹੇ ਕੰਮ ਕਿਉਂ ਕਰਨ? ਜੇ ਅਕਲਮੰਦ ਬੰਦੇ ਨੂੰ ਪਾਵਰ ਮਿਲੀ ਹੋਊ ਤਾਂ ਲੋਕਾਂ ਦਾ ਭਲਾ ਕਰੂਗਾ, ਲੋਕਾਂ ਨੂੰ ਵਿਕਸਿਤ ਕਰੂਗਾ। ਬਿਲਕੁਲ, ਇਹ ਗੱਲ ਵੀ ਹੈ। ਬਿਲਕੁਲ ਅਕਲ ਉਕਲ ਨਹੀਂ ਹੈ। ਉਹ ਤਾਂ ਉਹਨਾਂ ਨੂੰ ਐਡਵਾਈਜ਼ਰ ਦੱਸ ਦਿੰਦੇ, ਜਿਹੜੇ ਇਮੇਜ ਕੰਸਲਟੈਂਟ ਨੇ ਨਾ, ਵੀ ਇਦਾਂ ਦੀਆਂ ਮੁੱਛਾਂ ਕਰ ਲੈ, ਇਦਾਂ ਦਾ ਕਰ ਲੈ, ਤੂੰ ਅਕਲਮੰਦ ਲੱਗੇਗਾ। ਅਕਲ ਉਕਲ ਦਾ ਨਹੀਂ ਖਾਨਾ ਹੈਗਾ। ਅਕਲ ਦਾ ਖਾਨਾ ਹੋਵੇ ਤਾਂ ਆਹ ਕੰਮ ਕਿਉਂ ਕਰਨ? ਸਾਰਾ ਕੁਝ ਰੱਬ ਨੇ ਦਿੱਤਾ ਹੋਇਆ ਹੈ। ਤੁਸੀਂ ਹੋਰ ਛੱਡੋ ਐਗਜ਼ਾਮਪਲ, ਆਪਣੇ ਪ੍ਰਾਈਮ ਮਿਨਿਸਟਰ ਦੀ ਐਗਜ਼ਾਮਪਲ ਲੈ ਲਓ। ਇੱਕ ਜੀਵਨ ਦੇ ਵਿੱਚ ਇੱਕ ਬੰਦੇ ਨੂੰ, ਚਲੋ ਕਈ ਲੋਕ ਤਾਂ ਇਹ ਤੇ ਵੀ ਡਾਊਟ ਕਰਦੇ ਨੇ ਵੀ ਉਹਨੇ ਚਾਹ ਵੇਚੀ ਕਿ ਨਹੀਂ ਵੇਚੀ, ਆਪਾਂ ਇਹਨੂੰ ਛੱਡ ਦਈਏ। ਉਹ ਇੱਕ ਐਵਰੇਜ ਗਰੀਬ ਘਰ ਦੇ ਬੱਚੇ ਨੂੰ ਚੱਕ ਕੇ ਕਿੱਥੇ ਬਿਠਾਤਾ ਪਰਮਾਤਮਾ ਨੇ। ਇਹ ਤੋਂ ਵੱਧ ਇੱਕ ਉਮਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਹਿਸਟਰੀ 'ਚ ਕਿਸੇ ਦੇ ਉੱਪਰ ਇੰਨੀ ਕਿਰਪਾ ਹੋਈ ਹੋਵੇ। ਬਿਲਕੁਲ। ਰਿਜ਼ਲਟ ਕੀ ਹੈ ਜੀ? ਟੈਲੀਪ੍ਰੋਂਪਟਰ ਤੋਂ ਬਿਨਾਂ ਅਸੀਂ 2 ਲਫ਼ਜ਼ ਨਹੀਂ ਬੋਲ ਸਕਦੇ। ਬਿਲਕੁਲ। ਦੁਨੀਆ ਦੀ ਅਕਲ ਜਿਹਨੂੰ ਅਸੀਂ ਕਹਿੰਦੇ ਹਾਂ, ਅਕਲ ਇਦਾਂ ਨਹੀਂ ਆ ਜਾਂਦੀ ਤੁੱਕਾ ਮਾਰਨ ਨਾਲ। ਸੋ ਇਹ ਵੀ ਬਖਸ਼ਿਸ਼ ਹੁੰਦੀ ਹੈ ਪਰਮਾਤਮਾ ਦੀ। ਪਰ ਇਹ ਹੈ ਵੀ ਚਲੋ ਜਿੱਦਾਂ ਦਾ ਵੀ ਹੈ, ਜੋ ਵੀ ਹੈ, ਉਹ ਮਤਲਬ ਇੱਕ ਲਫ਼ਜ਼ ਵੀ ਨਹੀਂ ਉਹ ਬੋਲ ਰਿਹਾ। ਲੋਕ ਮਰ ਰਹੇ ਨੇ। ਰਾਜੇ ਦਾ ਇੱਕ ਧਰਮ ਤਾਂ ਹੁੰਦਾ ਹੀ ਹੈ ਨਾ। ਬਿਲਕੁਲ। 47 ਲੱਖ ਤਾਂ ਕੋਵਿਡ 'ਚ ਮਰ ਗਏ। ਹਰ ਰੋਜ਼ ਸੜਕਾਂ ਤੇ ਕਤਲੋਗਾਰਤ ਹੋ ਰਹੀ ਹੈ। 108 ਜਿਹੜੇ ਸਾਬਕਾ ਬਹੁਤ ਵੱਡੇ ਵੱਡੇ ਬਿਊਰੋਕਰੈਟ ਜਿਹੜੇ ਹੁਕਮਰਾਨ ਰਹੇ ਨੇ, ਹੁਕਮਰਾਨੀ ਦਾ ਹਿੱਸਾ ਰਹੇ ਨੇ, ਉਹਨਾਂ ਨੇ ਚਿੱਠੀ ਲਿਖੀ ਕਿ ਮਹਾਰਾਜ ਕੋਈ ਲਫ਼ਜ਼ ਤਾਂ ਬੋਲੋ। ਲੋਕ ਇੱਕ ਦੂਜੇ ਨੂੰ ਮਾਰ ਰਹੇ ਨੇ, ਇੱਕ ਦੂਜੇ ਦਾ ਗਲ ਕੱਟ ਰਹੇ ਨੇ, ਨਹੀਂ ਇੱਕ ਲਫ਼ਜ਼ ਵੀ ਨਹੀਂ ਹੈ। ਫਿਰ ਅਕਲ ਕਿੱਥੇ ਹੈ? ਮੈਨੂੰ ਦੱਸੋ, ਅਕਲ ਕਿੱਥੇ? ਬਿਲਕੁਲ ਜੀ। ਜੀ ਬਿਲਕੁਲ ਭੱਟੀ ਸਾਹਿਬ, ਗੱਲ ਆਹੀ ਹੈ ਕਿ ਜੋ ਤੁਸੀਂ ਹਾਲਾਤਾਂ ਦਾ ਜ਼ਿਕਰ ਕੀਤਾ, ਹੱਲ ਵੀ ਇੱਕੋ ਹੈ ਕਿ ਲੋਕ ਸਮਝਦਾਰੀ ਦੇ ਨਾਲ ਅੱਗੇ ਵਧਣ। ਬਹੁਤ ਬਹੁਤ ਸ਼ੁਕਰੀਆ ਭੱਟੀ ਸਾਹਿਬ, ਗੱਲਬਾਤ ਲਈ ਧੰਨਵਾਦ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਡਾਕਟਰ ਰਵਿੰਦਰ ਸਿੰਘ ਭੱਟੀ। ਭੱਟੀ ਸਾਹਿਬ ਨੇ ਬਾਖੂਬੀ ਬਿਆਨ ਕੀਤਾ। ਤੁਸੀਂ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਜ਼ਰੂਰ ਭੇਜਿਓ ਤੇ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।